धरती दे वल तेरे वधदे कदम पावन धरती दे वल तेरे वधदे कदम तेरे जीवन दे बंदेरा खोलणगे रब दी बरकत दे नाल उजड़े खिल जाणगे सुते पाग तेरे जाग तैनू डोलणगे पावन धरती दे वल मंगी दुआ पूरी हो जावेगी वगदी हनेरी भी खलो जावेगी मंगी दुआ पूरी हो जावेगी वगदी हनेरी भी खलो जावेगी फिर ना होवेगा डर ना ही कोई फिकर खंभ आत्मा दे तेरे उत्ते डोलने रब दी बरकत दे नाल उजड़े खिल जाणगे सुते पाग तेरे जाग तैनू डोलने पावन धरती दे वल तेरे वधदे कदम तेरे जीवन दे बंदेरा खोलणे पावन धरती दे वल प्यारे दर्शकों, जिस तरह कि पिछले एपीसोड दे विच असीं तुहानूं जाणू करवाया इस गिरजा घर दे इतिहास दे बारे इत्थों दे मौजूदा पैरिश प्रीस्ट मॉन्सीनियर माइकल एनी जी दी ज़बानी। सो इस एपीसोड दे विच असीं तुहानूं दिखाउण जा रहे हां इस गिरजा घर दे इंटीरियर अते एक्सटीरियर यानी कि इस दे अंदरले अते बाहरले हिस्से नूं। ਹੁਣ ਅਸੀਂ सेंट जोसेफ कैथलिक चर्च यूसुफ नगर फिरोजपुर कैंट ਦੇ ਅੰਦਰ ਦਾਖਲ ਹੋਣ ਜਾ ਰਹੇ ਹਾਂ ਅਤੇ ਜਾਣਾਂਗੇ ਇਸ ਦੇ ਅੰਦਰ ਦੀ ਖਾਸੀਅਤ ਬਾਰੇ। ਇਹ ਪਵਿੱਤਰ ਸਥਾਨ ਹੈ ਜਿਸ ਨੂੰ ਰੈਵਰੈਂਡ ਫਾਦਰ ਜੋਸਫ ਮੈਰੀ ਜੀ ਨੇ 1899 ਦੇ ਵਿੱਚ ਬਣਾਇਆ ਹੈ ਅਤੇ ਸੰਗਮਰਮਰ ਦੇ ਪੱਥਰ ਦੇ ਨਾਲ ਸਵਾਰਿਆ ਹੈ। ਕੈਥਲਿਕ ਕਲੀਸਿਆ ਦੇ ਵਿਸ਼ਵਾਸ ਦੇ ਅਨੁਸਾਰ ਪਾਕ ਸੰਦੂਕ ਦੇ ਅੰਦਰ ਰੋਟੀ ਦੇ ਰੂਪ ਵਿੱਚ ਜਿਸ ਨੂੰ ਪਾਕ ਸ਼ਾਕਤ ਵੀ ਕਿਹਾ ਜਾਂਦਾ ਹੈ ਪ੍ਰਭੂ ਯੀਸ਼ੂ ਮਸੀਹ ਦੀ ਹਜ਼ੂਰੀ ਹੈ। ਪਾਕ ਸੰਦੂਕ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੀ ਹਜ਼ੂਰੀ ਹੋਣ ਦਾ ਕਰਕੇ ਇਹ ਮੋਮਬੱਤੀਆਂ 24 ਘੰਟੇ ਦਿਨ ਰਾਤ ਜਗਾਈਆਂ ਜਾਂਦੀਆਂ ਹਨ। ਅਲਤਾਰ ਦੇ ਉੱਪਰ ਸਲੀਬ ਦੀ ਸਥਾਪਨਾ ਸਨ 1935 ਵਿੱਚ ਕੀਤੀ ਗਈ ਸੀ ਤੇ ਅਸੀਂ ਦੇਖ ਸਕਦੇ ਹਾਂ ਕਿ ਪਾਕ ਸਲੀਬ ਦੇ ਨੀਚੇ ਪਵਿੱਤਰ ਕਲਵਰੀ ਪਹਾੜ ਦੀ ਉਹ ਤਸਵੀਰ ਹੈ ਜਿੱਥੇ ਮਾਂ ਮਰੀਅਮ ਅਤੇ ਪ੍ਰਭੂ ਯੀਸ਼ੂ ਮਸੀਹ ਦਾ ਸਭ ਤੋਂ ਪਿਆਰਾ ਚੇਲਾ ਸੰਤ ਯੋਹੰਨਾ ਮੌਜੂਦ ਹਨ। ਅਤੇ ਅਸੀਂ ਦੇਖਦੇ ਹਾਂ ਕਿ ਪ੍ਰਭੂ ਯੀਸ਼ੂ ਮਸੀਹ ਜਦੋਂ ਸਲੀਬ ਉੱਤੇ ਮਰ ਰਹੇ ਸਨ ਤਾਂ ਉਹਨਾਂ ਨੇ ਆਪਣੀ ਮਾਂ ਨੂੰ ਕਿਹਾ ਸੀ ਵੇਖ ਤੇਰਾ ਪੁੱਤਰ ਅਤੇ ਆਪਣੇ ਚੇਲੇ ਨੂੰ ਕਿਹਾ ਸੀ ਕਿ ਵੇਖ ਇਹ ਤੇਰੀ ਮਾਂ।
ਇਸ ਤੋਂ ਇਲਾਵਾ ਇਸ ਦੇ ਆਲੇ ਦੁਆਲੇ 4 ਸਟੈਚੂ ਵੀ ਹਨ, ਜਿਨ੍ਹਾਂ ਵਿੱਚੋਂ ਇੱਕ ਸਟੈਚੂ ਸੰਤ ਜੋਸਫ ਦਾ ਹੈ, ਜੋ ਕਿ ਲਾਹੌਰ ਦੇ ਬਿਸ਼ਪ ਕਾਟਰੀ ਵੱਲੋਂ ਪੇਂਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੰਤ ਫਰਾਂਸਿਸ ਅਸੀਸੀ ਅਤੇ ਸੰਤ ਐਂਥਨੀ ਅਤੇ ਸੰਤ ਪੈਟਰਿਕ ਦਾ ਵੀ ਸਟੈਚੂ ਇੱਥੇ ਸਥਾਪਿਤ ਕੀਤਾ ਗਿਆ ਹੈ। ਇਹ ਪਾਕ ਅਲਤਾਰ ਹੈ ਜਿੱਥੇ ਪਾਕ ਮਾਸ ਦੀ ਕੁਰਬਾਨੀ ਚੜਾਈ ਜਾਂਦੀ ਹੈ। ਪਾਕ ਮਾਸ ਦੀ ਕੁਰਬਾਨੀ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਕੁਰਬਾਨੀ ਦੀ ਯਾਦਗਾਰੀ ਹੈ ਅਤੇ ਜੋ ਫਲ ਸਾਨੂੰ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਮੌਤ ਤੋਂ ਮਿਲਦੇ ਹਨ, ਉਹੀ ਫਲ ਸਾਨੂੰ ਇਸ ਕੁਰਬਾਨੀ ਤੋਂ ਵੀ ਮਿਲਦੇ ਹਨ। ਇਹ ਹੈ ਰੇਲਿੰਗ, ਜਿਸ ਨੂੰ ਵੇਦੀ ਰੇਲ ਜਾਂ ਕਮਿਊਨੀਅਨ ਰੇਲ ਵੀ ਕਿਹਾ ਜਾਂਦਾ ਹੈ। ਇਹ ਵੇਦੀ ਸਥਾਨ ਦੇ ਹਿੱਸੇ ਨੂੰ ਗਿਰਜਾਘਰ ਦੇ ਬਾਕੀ ਹਿੱਸੇ ਤੋਂ ਵੱਖ ਕਰਦੀ ਹੈ। ਆਮ ਤੌਰ ਤੇ ਇਹ ਪੱਥਰ, ਧਾਤ ਜਾਂ ਲੱਕੜ ਦੀ ਬਣੀ ਹੁੰਦੀ ਹੈ। ਇਹ ਆਮ ਤੌਰ ਤੇ ਤਕਰੀਬਨ 2 ਫੁੱਟ 6 ਇੰਚ ਉੱਚੀ ਹੁੰਦੀ ਹੈ ਤਾਂ ਜੋ ਇੱਕ ਗੋਡੇ ਟੇਕਣ ਵਾਲੇ ਵਿਅਕਤੀ ਦੇ ਮੱਥੇ ਜਾਂ ਕੂਹਣੀਆਂ ਦਾ ਸਮਰਥਨ ਕਰ ਸਕੇ। ਸੋ ਜਿਵੇਂ ਕਿ ਇਹ ਜਗ੍ਹਾ ਆਪਣੇ ਨਾਮ ਤੋਂ ਹੀ ਇਹ ਦਰਸਾਉਂਦੀ ਹੈ ਪਵਿੱਤਰ ਸਥਾਨ, ਯਾਨੀ ਕਿ ਇਸ ਜਗ੍ਹਾ ਦੇ ਅੰਦਰ ਆਮ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਇੱਥੇ ਸਿਰਫ ਔਰ ਸਿਰਫ ਕੈਥੋਲਿਕ ਕਲੀਸਿਆ ਦੇ ਪੁਰੋਹਿਤ ਅਤੇ ਉਹਨਾਂ ਦੇ ਸਹਾਇਕ ਹੀ ਜਾ ਸਕਦੇ ਹਨ। ਜਦੋਂ ਕੈਥੋਲਿਕ ਕਲੀਸਿਆ ਦੇ ਪਾਕ ਮਾਸ ਦੀ ਕੁਰਬਾਨੀ, ਜੋ ਕਿ ਕੈਥੋਲਿਕ ਕਲੀਸਿਆ ਦੀ ਸਭ ਤੋਂ ਉੱਤਮ ਪ੍ਰਾਰਥਨਾ ਮੰਨੀ ਜਾਂਦੀ ਹੈ, ਉਸ ਨੂੰ ਚੜਾਇਆ ਜਾਂਦਾ ਹੈ। ਇਸ ਚਰਚ ਦੀ ਮੇਨ ਅਲਤਾਰ ਤੋਂ ਇਲਾਵਾ ਇਸ ਦੇ ਸੱਜੇ ਅਤੇ ਖੱਬੇ 2 ਸਾਈਡ ਅਲਤਾਰਾਂ ਵੀ ਬਣਾਈਆਂ ਗਈਆਂ ਹਨ, ਜਿਸ ਨੂੰ 1938 ਦੇ ਵਿੱਚ ਰੈਵਰੈਂਡ ਫਾਦਰ ਬਾਲਡਵਿਨ ਅਤੇ ਰੈਵਰੈਂਡ ਫਾਦਰ ਹੁਗੋਲਿਨ ਜੀ ਨੇ ਬਣਵਾਇਆ ਸੀ। ਇਸ ਦੀ ਸੱਜੇ ਪਾਸੇ ਦੀ ਅਲਤਾਰ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਦਿਲ ਦੇ ਸਟੈਚੂ ਨੂੰ ਅਤੇ ਇਸ ਦੀ ਖੱਬੇ ਪਾਸੇ ਦੀ ਅਲਤਾਰ ਤੇ ਧੰਨ ਕੁਆਰੀ ਮਰੀਅਮ ਦੇ ਸਟੈਚੂ ਨੂੰ ਸਥਾਪਿਤ ਕੀਤਾ ਗਿਆ ਹੈ। ਸੱਜੇ ਪਾਸੇ ਦੀ ਸਾਈਡ ਅਲਤਾਰ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੇ ਪਾਕ ਦਿਲ ਦੇ ਸਟੈਚੂ ਨੂੰ ਸਥਾਪਿਤ ਕੀਤਾ ਗਿਆ ਹੈ ਅਤੇ ਹਰ ਸ਼ੁੱਕਰਵਾਰ ਇੱਥੇ ਪ੍ਰਭੂ ਯਿਸੂ ਮਸੀਹ ਦੇ ਪਾਕ ਦਿਲ ਦਾ ਨਵੀਨਾ ਵੀ ਪੜ੍ਹਿਆ ਜਾਂਦਾ ਹੈ। 1947 ਦੇ ਵਿੱਚ ਆਏ ਹੜ੍ਹ ਦੇ ਵਿੱਚ ਮਾਤਾ ਮਰੀਅਮ ਨੇ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਸੀ ਅਤੇ ਉਸ ਦੀ ਯਾਦਗਾਰੀ ਦੇ ਵਿੱਚ ਸ਼ੁਕਰਗੁਜ਼ਾਰੀ ਵਜੋਂ ਇਸ ਸਟੈਚੂ ਨੂੰ ਇਸ ਜਗ੍ਹਾ ਤੇ ਸਥਾਪਿਤ ਕੀਤਾ ਗਿਆ ਹੈ ਅਤੇ ਹਰ ਸ਼ਨੀਵਾਰ ਪਾਕ ਮਾਸ ਦੀ ਕੁਰਬਾਨੀ ਤੋਂ ਬਾਅਦ ਮਾਤਾ ਮਰੀਅਮ ਦੀ ਸ਼ਰਧਾ ਦੇ ਵਿੱਚ ਇੱਥੇ ਮਾਤਾ ਮਰੀਅਮ ਦਾ ਨੋਵੇਨਾ ਵੀ ਪੜ੍ਹਿਆ ਜਾਂਦਾ ਹੈ। ਇਹ ਜੀ ਉੱਠੇ ਪ੍ਰਭੂ ਦਾ ਸਟੈਚੂ ਹੈ ਜੋ ਈਸਟਰ ਦੇ ਮੌਕੇ ਤੇ ਹਰ ਇੱਕ ਚਰਚ ਦੇ ਵਿੱਚ ਰੱਖਿਆ ਜਾਂਦਾ ਹੈ, ਜੋ ਸਾਨੂੰ ਇਹ ਯਾਦ ਦਿਲਾਉਂਦਾ ਹੈ ਕਿ ਪ੍ਰਭੂ ਯਿਸੂ ਮਸੀਹ ਸੱਚਮੁੱਚ ਮੁਰਦਿਆਂ ਵਿੱਚੋਂ ਜੀ ਉੱਠੇ ਹਨ। ਸੋ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਸੰਤ ਯੂਸਫ ਇਸ ਚਰਚ ਦੇ ਸਰਪ੍ਰਸਤ ਸੰਤ ਹਨ ਅਤੇ ਅਸੀਂ ਦੇਖਦੇ ਹਾਂ ਕਿ ਇਸ ਚਰਚ ਦੇ ਵਿੱਚ ਸੰਤ ਯੂਸਫ ਜੀ ਦਾ ਇੱਕ ਹੋਰ ਸਟੈਚੂ ਰੱਖਿਆ ਹੋਇਆ ਹੈ ਅਤੇ ਇਸ ਤੋਂ ਇਲਾਵਾ ਇੱਕ ਹੋਰ ਸਟੈਚੂ ਹੈ ਜੋ ਚਰਚ ਦੇ ਬਾਹਰ ਰੱਖਿਆ ਹੋਇਆ ਹੈ ਅਤੇ ਹਰ ਬੁੱਧਵਾਰ ਸੰਤ ਯੂਸਫ ਦੇ ਇਸ ਸਟੈਚੂ ਤੋਂ ਨਵੀਨਾ ਸ਼ੁਰੂ ਕਰਕੇ ਬਾਹਰ ਵਾਲੇ ਸਟੈਚੂ ਤੇ ਖਤਮ ਕੀਤਾ ਜਾਂਦਾ ਹੈ। ਇਹ ਪ੍ਰਵਚਨ ਮੰਚ ਹੈ। ਪ੍ਰਵਚਨ ਮੰਚ ਪੁਰਾਤਨ ਪੂਜਾ ਵਿਧੀ ਪ੍ਰਥਾ ਦਾ ਪਵਿੱਤਰ ਮੰਚ ਹੈ। ਇਸ ਵਿਰਾਸਤੀ ਗਿਰਜਾ ਘਰ ਦੇ ਵਿੱਚ ਲੱਕੜੀ ਦਾ ਬਣਿਆ ਪ੍ਰਵਚਨ ਮੰਚ ਪੂਰੀ ਜਲੰਧਰ ਡਾਇਓਸੀਸ ਦੇ ਵਿੱਚ ਇੱਕੋ ਹੀ ਹੈ ਜੋ ਇਸ ਸਮੇਂ ਹੋਂਦ ਵਿੱਚ ਹੈ। ਪੁਰਾਣੇ ਸਮੇਂ ਦੇ ਵਿੱਚ ਪੁਰੋਹਿਤ ਇਸ ਪ੍ਰਵਚਨ ਮੰਚ ਦਾ ਇਸਤੇਮਾਲ ਇਸ ਕਰਕੇ ਕਰਦੇ ਸਨ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਮਾਈਕ ਨਹੀਂ ਹੁੰਦੇ ਸਨ ਅਤੇ ਜਦੋਂ ਉਹ ਪ੍ਰਭੂ ਦਾ ਪ੍ਰਚਾਰ ਕਰਦੇ ਸਨ ਤਾਂ ਹਰ ਇੱਕ ਇਨਸਾਨ ਤੱਕ ਉਹਨਾਂ ਦੀ ਆਵਾਜ਼ ਆਸਾਨੀ ਨਾਲ ਪਹੁੰਚਦੀ ਸੀ। ਅਸੀਂ ਦੇਖ ਸਕਦੇ ਹਾਂ ਕਿ ਇਹ ਗਿਰਜਾਘਰ ਗੋਤਿਕ ਢਾਂਚੇ ਵਿੱਚ ਬਣਿਆ ਹੋਇਆ ਹੈ ਅਤੇ ਇਸ ਦੀ ਛੱਤ ਵੀ ਅਜੇ ਤੱਕ ਲੱਕੜੀ ਦੇ ਢਾਂਚੇ ਵਿੱਚ ਹੀ ਹੈ। ਸਲੀਬ ਦੇ ਰਾਹ ਦੇ 14 ਮੁਕਾਮਾਂ ਦੀਆਂ ਇਹ ਤਸਵੀਰਾਂ ਬਲੂਤ ਦੇ ਰੁੱਖ ਦੀ ਲੱਕੜ ਤੋਂ ਬਣਾਈਆਂ ਗਈਆਂ ਹਨ, ਜਿਨ੍ਹਾਂ ਨੂੰ ਸਨ 1933 ਵਿੱਚ ਬਰਕਤ ਦੇ ਕੇ ਸਥਾਪਿਤ ਕੀਤਾ ਗਿਆ ਸੀ।
ਬੈਪਟਿਜ਼ਮਲ ਪੌਂਡ ਹੈ ਜਿੱਥੇ ਨਵੇਂ ਜੰਮੇ ਬੱਚਿਆਂ ਦਾ ਅਤੇ ਨਵੇਂ ਮਸੀਹੀ ਵਿਸ਼ਵਾਸੀਆਂ ਦਾ ਬਪਤਿਸਮਾ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਇਸ ਵਿਰਾਸਤੀ ਗਿਰਜਾ ਘਰ ਦੇ ਵਿੱਚ ਅਲਤਾਰ ਦੇ ਨਾਲ 2 ਸਾਈਡ ਅਲਤਾਰਾਂ ਵੀ ਦੇਖੀਆਂ, ਉਸੇ ਤਰ੍ਹਾਂ ਇਸ ਚਰਚ ਦੇ ਸਾਈਡ ਵਰਾਂਡਿਆਂ ਦੇ ਵਿੱਚ ਛੋਟੇ-ਛੋਟੇ ਚੈਪਲ ਵੀ ਬਣੇ ਹੋਏ ਹਨ ਅਤੇ ਇਸ ਦੇ ਖੱਬੇ ਪਾਸੇ 2 ਚੈਪਲ ਬਣੇ ਹੋਏ ਹਨ, ਜਿਸ ਵਿੱਚੋਂ ਇੱਕ ਹੈ ਸੰਤ ਮਾਈਕਲ ਮਹਾਫਰਿਸ਼ਤੇ ਦਾ ਚੈਪਲ। ਇਹ ਸੰਤ ਮਾਈਕਲ ਮਹਾਫਰਿਸ਼ਤੇ ਦਾ ਚੈਪਲ ਹੈ ਜਿੱਥੇ ਹਫ਼ਤੇ ਦੇ ਹਰ ਵੀਰਵਾਰ ਸੰਤ ਮਾਈਕਲ ਮਹਾਫਰਿਸ਼ਤੇ ਦਾ ਨੋਵੀਨਾ ਵੀ ਪੜ੍ਹਿਆ ਜਾਂਦਾ ਹੈ। ਇਸ ਦੇ ਨਾਲ ਹੀ ਅਸੀਂ ਅਗਲੀ ਚੈਪਲ ਦੇਖਦੇ ਹਾਂ, ਭਾਰਤੀ ਸੰਤਾਂ ਦੀ ਚੈਪਲ। ਇਹ ਚੈਪਲ ਸਾਨੂੰ ਇਹ ਸਮਰਨ ਕਰਵਾਉਂਦੀ ਹੈ ਕਿ ਕਿੰਨੇ ਭਾਰਤੀ ਸੰਤਾਂ ਨੇ ਸੰਪੂਰਨ ਤੌਰ ਤੇ ਆਪਣਾ ਜੀਵਨ ਪ੍ਰਭੂ ਨੂੰ ਦਿੱਤਾ ਅਤੇ ਸੰਤ ਦੀ ਉਪਾਧੀ ਪ੍ਰਾਪਤ ਕੀਤੀ। ਇਹ ਹੈ ਇਤਰਾਫ ਦੀ ਕੁਰਸੀ। ਅਸੀਂ ਜਾਣਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ 7 ਸੈਕਰਾਮੈਂਟ ਸਥਾਪਿਤ ਕੀਤੇ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਇਤਰਾਫ, ਅਤੇ ਇਸ ਸੈਕਰਾਮੈਂਟ ਦੇ ਰਾਹੀਂ ਇੱਕ ਕੈਥੋਲਿਕ ਵਿਸ਼ਵਾਸੀ ਪੁਰੋਹਿਤ ਦੇ ਜ਼ਰੀਏ ਆਪਣੇ ਕੀਤੇ ਪਾਪਾਂ ਤੋਂ ਮਾਫੀ ਲੈ ਸਕਦਾ ਹੈ। ਹੁਣ ਅਸੀਂ ਗ੍ਰੋਟੋ ਦੇ ਕੋਲ ਪਹੁੰਚ ਚੁੱਕੇ ਹਾਂ। ਗ੍ਰੋਟੋ ਕੀ ਹੈ? ਗ੍ਰੋਟੋ ਤੋਂ ਭਾਵ ਹੈ ਕਿ ਜਿਨ੍ਹਾਂ ਥਾਵਾਂ ਉੱਤੇ ਮਾਤਾ ਮਰੀਅਮ ਨੇ ਲੋਕਾਂ ਨੂੰ ਦਰਸ਼ਨ ਦਿੱਤੇ, ਉੱਥੇ ਮਾਂ ਮਰੀਅਮ ਦੀ ਯਾਦ ਦੇ ਵਿੱਚ ਗ੍ਰੋਟੋ ਨੂੰ ਬਣਾਉਣਾ। ਉਦਾਹਰਨ ਦੇ ਲਈ ਅਸੀਂ ਦੇਖਦੇ ਹਾਂ ਕਿ ਜਿਵੇਂ ਮਾਤਾ ਮਰੀਅਮ ਨੇ ਲੂਰਦਸ ਦੇ ਵਿੱਚ ਦਰਸ਼ਨ ਦਿੱਤੇ, ਫਾਤਿਮਾ ਦੇ ਵਿੱਚ ਦਰਸ਼ਨ ਦਿੱਤੇ ਅਤੇ ਬਹੁਤ ਸਾਰੇ ਗਿਰਜਾ ਘਰਾਂ ਦੇ ਵਿੱਚ ਲੂਰਦਸ ਦੀ ਨਕਲ ਦੀ ਅਤੇ ਫਾਤਿਮਾ ਦੀ ਨਕਲ ਦੀ ਗ੍ਰੋਟੋ ਨੂੰ ਵੀ ਬਣਾਇਆ ਗਿਆ ਹੈ। ਗ੍ਰੋਟੋ ਦੇ ਰਾਹੀਂ ਅਸੀਂ ਮਾਤਾ ਮਰੀਅਮ ਦੀ ਸਿਫਾਰਿਸ਼ ਮੰਗਦੇ ਹਾਂ। ਅਤੇ ਇਸੇ ਤਰ੍ਹਾਂ 1890 ਈਸਵੀ ਵਿੱਚ ਇਸ ਵਿਰਾਸਤੀ ਚਰਚ ਦੇ ਵਿੱਚ ਸਦਾ ਸਹਾਈ ਮਾਂ ਮਰੀਅਮ ਦੇ ਆਦਰ ਵਿੱਚ ਵੀ ਇੱਕ ਗ੍ਰੋਟੋ ਬਣਾਈ ਗਈ ਹੈ, ਜਿਸ ਦਾ ਨਵੀਨੀਕਰਨ ਮਾਣਯੋਗ ਫਾਦਰ ਜਾਰਜ ਕੋਲੰਪਿਲੀ ਨੇ ਇਸ ਦੇ ਸ਼ਤਾਬਦੀ ਸਾਲ 1991 ਵਿੱਚ ਕਰਵਾਇਆ ਸੀ। ਇਸ ਦੀ ਸਾਲਾਨਾ ਈਦ 8 ਸਤੰਬਰ ਨੂੰ ਮਨਾਈ ਜਾਂਦੀ ਹੈ। ਸੰਤ ਯੂਸਫ ਦਾ ਇਹ ਸਟੈਚੂ ਇਸ ਵਿਰਾਸਤੀ ਚਰਚ ਦਾ ਸਭ ਤੋਂ ਪੁਰਾਣਾ ਸਟੈਚੂ ਹੈ। ਇਸ ਸਟੈਚੂ ਦੀ ਇੱਕ ਬਹੁਤ ਹੀ ਵੱਡੀ ਮਾਨਤਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਫਾਦਰ ਜਾਰਜ ਕੋਲੰਪਿਲੀ CST ਇਸ ਗਿਰਜਾ ਘਰ ਦੇ ਪੈਰਿਸ਼ ਪ੍ਰੀਸਟ ਸਨ ਤੇ ਉਹਨਾਂ ਦੇ ਸਮੇਂ ਵਿੱਚ ਇੱਕ ਬਹੁਤ ਹੀ ਦੁਖੀ ਪਰਿਵਾਰ ਫਾਦਰ ਜੀ ਕੋਲੋਂ ਪ੍ਰਾਰਥਨਾ ਕਰਵਾਉਣ ਆਇਆ ਅਤੇ ਜਦੋਂ ਉਹਨਾਂ ਨੇ ਫਾਦਰ ਜੀ ਕੋਲੋਂ ਪ੍ਰਾਰਥਨਾ ਕਰਵਾਈ ਤੇ ਉਹਨਾਂ ਨੂੰ ਉਹਨਾਂ ਦੀ ਪਰੇਸ਼ਾਨੀ ਦਾ ਹੱਲ ਮਿਲਿਆ। ਤੇ ਜਦੋਂ ਫਾਦਰ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਤੁਹਾਨੂੰ ਇਸ ਚਰਚ ਵਿੱਚ ਕੌਣ ਲੈ ਕੇ ਆਇਆ, ਤਾਂ ਉਹਨਾਂ ਨੇ ਇਸ ਸਟੈਚੂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਜਿਸ ਇਨਸਾਨ ਨੇ ਸਾਨੂੰ ਚਰਚ ਵਿੱਚ ਆਉਣ ਦੇ ਲਈ ਕਿਹਾ, ਉਹ ਹੂਬਹੂ ਇਸ ਸਟੈਚੂ ਦੇ ਵਾਂਗ ਦਿਖਦੇ ਸਨ। ਤੇ ਇਸ ਗੱਲ ਤੋਂ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਉਹ ਸੰਤ ਯੂਸਫ ਹੀ ਸਨ ਜੋ ਉਸ ਦੁਖੀ ਪਰਿਵਾਰ ਨੂੰ, ਜਿਨ੍ਹਾਂ ਨੂੰ ਕੋਈ ਆਸ਼ਾ ਨਹੀਂ ਦਿਖ ਰਹੀ ਸੀ, ਉਹਨਾਂ ਨੂੰ ਚਰਚ ਵਿੱਚ ਲੈ ਕੇ ਆਏ ਅਤੇ ਉਹਨਾਂ ਨੂੰ ਉਹਨਾਂ ਦੀ ਪਰੇਸ਼ਾਨੀ ਦਾ ਹੱਲ ਮਿਲਿਆ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਹ ਸਾਲ ਸਾਡੀ ਜਲੰਧਰ ਡਾਇਓਸੀਸ ਦਾ ਗੋਲਡਨ ਜੂਬਲੀ ਸਾਲ ਹੈ। ਇਸ ਦੇ ਨਾਲ ਹੀ ਇਹ ਸਾਲ ਸੰਤ ਯੂਸਫ ਨੂੰ ਸਮਰਪਿਤ ਸਾਲ ਵੀ ਹੈ। ਹੁਣ ਅਸੀਂ ਪੁਰੋਹਿਤ ਰਿਹਾਇਸ਼ ਸਥਾਨ ਵੱਲ ਵਧਣ ਲੱਗੇ ਹਾਂ, ਜਿਸ ਦੇ ਸਾਹਮਣੇ ਇੱਕ ਫੁੱਲਾਂ ਦਾ ਬਹੁਤ ਹੀ ਸੋਹਣਾ ਬਗੀਚਾ ਹੈ ਅਤੇ ਜਿਸ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਪਾਕ ਦਿਲ ਦਾ ਸਟੈਚੂ ਵੀ ਸਥਾਪਿਤ ਕੀਤਾ ਹੋਇਆ ਹੈ।
ਇਹ ਸਟੈਚੂ ਜੋ ਤੁਸੀਂ ਦੇਖ ਰਹੇ ਹੋ ਇਹ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਦਿਲ ਦਾ ਸਟੈਚੂ ਹੈ, ਯਾਨੀ ਕਿ ਸੇਕਰੇਡ ਹਾਰਟ ਆਫ ਜੀਸਸ ਦਾ ਸਟੈਚੂ ਹੈ, ਜੋ ਕਿ 19 ਮਾਰਚ 1961 ਦੇ ਵਿੱਚ ਇਸ ਜਗ੍ਹਾ ਤੇ ਸਥਾਪਿਤ ਕੀਤਾ ਗਿਆ ਅਤੇ ਇਸ ਨੂੰ ਰੈਵਰੈਂਡ ਫਾਦਰ ਐਡਵਰਡ ਵੰਡਾਕਮ OFM ਜੀ ਨੇ ਤਰਾਸਿਆ ਹੈ, ਜੋ ਕਿ 1956 ਤੋਂ ਲੈ ਕੇ 1966 ਤੱਕ ਲਗਾਤਾਰ 10 ਸਾਲ ਇਸ ਪੈਰਿਸ਼ ਦੇ ਪੈਰਿਸ਼ ਪ੍ਰੀਸਟ ਵੀ ਰਹੇ। ਸਭ ਤੋਂ ਪਹਿਲਾ ਪੁਰੋਹਿਤ ਘਰ 1852 ਵਿੱਚ ਮਾਨਯੋਗ ਫਾਦਰ ਮੈਕਡੋਨਲ ਨੇ ਬਣਾਇਆ ਸੀ, ਜੋ ਕਿ 1846 ਵਿੱਚ ਫਿਰੋਜ਼ਪੁਰ ਆਏ ਸਨ ਅਤੇ ਫਿਰੋਜ਼ਪੁਰ ਦੇ ਪਹਿਲੇ ਵਸਨੀਕ ਪੁਰੋਹਿਤ ਉਹੀ ਸਨ। ਪਰ ਇਹ ਪੁਰੋਹਿਤ ਘਰ 1857 ਦੇ ਵਿਦਰੋਹ ਦੇ ਵਿੱਚ ਨਸ਼ਟ ਕਰ ਦਿੱਤਾ ਗਿਆ ਸੀ। ਇਸ ਪੁਰੋਹਿਤ ਘਰ ਦੀ ਮੁਰੰਮਤ 1986 ਵਿੱਚ ਕਰਵਾਈ ਗਈ ਸੀ ਅਤੇ ਅੱਜ ਜੋ ਪੁਰੋਹਿਤ ਘਰ ਇਸ ਚਰਚ ਵਿੱਚ ਹੈ ਉਹ 1990 ਵਿੱਚ ਬਣਾਇਆ ਗਿਆ ਸੀ। ਸੇਂਟ ਜੋਸਫ ਸਕੂਲ 1942 ਵਿੱਚ ਖੋਲ੍ਹਿਆ ਗਿਆ ਸੀ, ਜੋ ਕਿ ਮਾਨਯੋਗ ਫਾਦਰ ਗੋਥਾਰਡ ਦੁਆਰਾ ਬਣਾਏ ਟੈਂਪਰੈਂਸ ਹਾਲ ਨੂੰ ਤਬਦੀਲ ਕਰਕੇ ਬਣਾਇਆ ਗਿਆ ਸੀ। ਇਹ ਇੱਕ ਬਹੁ ਸਹੂਲਤ ਇਮਾਰਤ ਸੀ ਜਿਸ ਵਿੱਚ ਇੱਕ ਵੱਡਾ ਰੀਡਿੰਗ ਰੂਮ ਅਤੇ ਬਿਲੀਅਰਡਸ ਸਨ। ਇਹ ਸਕੂਲ ਹਿੰਦੀ ਮੀਡੀਅਮ ਸਕੂਲ ਸੀ। ਮਾਨਯੋਗ ਫਾਦਰ ਜੋ ਕਾਲਾਥੀਲ ਦੇ ਸਮੇਂ ਵਿੱਚ ਇਸ ਸਕੂਲ ਨੂੰ ਅਸਥਾਈ ਮਾਨਤਾ ਪ੍ਰਾਪਤ ਸੀ। ਉਸ ਸਮੇਂ SABS ਜਮਾਤ ਦੀਆਂ ਸਿਸਟਰਾਂ ਇਸ ਸਕੂਲ ਨੂੰ ਚਲਾ ਰਹੀਆਂ ਸਨ। ਬਾਅਦ ਵਿੱਚ ਜਲੰਧਰ ਡਾਇਸਿਸ ਨੇ ਇਸ ਨੂੰ CMC ਜਮਾਤ ਦੀਆਂ ਸਿਸਟਰਾਂ ਨੂੰ ਸੌਂਪ ਦਿੱਤਾ ਸੀ। 1980 ਵਿੱਚ ਇਸ ਸਕੂਲ ਨੂੰ ਪੱਕੀ ਮਾਨਤਾ ਪ੍ਰਾਪਤ ਹੋ ਗਈ ਅਤੇ ਸੰਨ 2004 ਵਿੱਚ ਇਹ PSCB ਯਾਨੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇੰਗਲਿਸ਼ ਮੀਡੀਅਮ ਸਕੂਲ ਬਣ ਗਿਆ। ਬੋਰਡਿੰਗ 1944 ਵਿੱਚ ਹੋਂਦ ਵਿੱਚ ਆਈ, ਪਰ 1948 ਵਿੱਚ ਭਾਰਤ ਪਾਕਿਸਤਾਨ ਵੰਡ ਦੇ ਸਮੇਂ ਹਿੰਦੂ ਮੁਸਲਿਮ ਦੰਗਿਆਂ ਕਾਰਨ ਇਹ ਬੰਦ ਕਰ ਦਿੱਤੀ ਗਈ। 1956 ਵਿੱਚ ਮਾਨਯੋਗ ਫਾਦਰ ਐਡਵਰਡ OFM ਕੈਪ ਦੁਆਰਾ ਇਸ ਨੂੰ ਮੁੜ ਸ਼ੁਰੂ ਕੀਤਾ ਗਿਆ। ਉਹਨਾਂ ਨੇ ਬੋਰਡਿੰਗ ਦੀ ਨੁਹਾਰ ਬਦਲੀ, ਪ੍ਰਾਇਮਰੀ ਸਕੂਲ ਨੂੰ ਅਪਗ੍ਰੇਡ ਕੀਤਾ, ਕਾਰਮਲਾਈਟ ਸਿਸਟਰ ਸਹਿਬਾਨਾਂ ਦੇ ਇੰਗਲਿਸ਼ ਮੀਡੀਅਮ ਸਕੂਲ ਆਰੰਭ ਕਰਨ ਵਿੱਚ ਸਹਾਇਤਾ ਵੀ ਕੀਤੀ। ਮੌਜੂਦਾ ਹੋਸਟਲ ਬਿਲਡਿੰਗ 1999 ਵਿੱਚ ਬਣਾਈ ਗਈ ਸੀ ਅਤੇ ਇਸ ਬੋਰਡਿੰਗ ਨੂੰ ਮਾਨਯੋਗ ਫਾਦਰ ਫੈਲਿਕਸ CST, ਜਿਨ੍ਹਾਂ ਨੇ ਇਸ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ, ਉਹਨਾਂ ਨੂੰ ਸਮਰਪਿਤ ਕੀਤੀ ਗਈ ਹੈ। ਪ੍ਰਾਰਥਨਾ ਭਵਨ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਡੈਨਿਸ ਕੋਖਰ ਵੱਲੋਂ ਜੈ ਯਿਸੂ ਮਸੀਹ ਦੀ। ਦਰਸ਼ਕੋ, ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਇਸ ਖਾਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ। ਇਸ ਪ੍ਰੋਗਰਾਮ ਦੁਆਰਾ ਅਸੀਂ ਜਾਣਕਾਰੀ ਦਿੰਦੇ ਹਾਂ ਸਾਡੇ ਉਹਨਾਂ ਪੁਰਾਣੇ ਕੈਥੋਲਿਕ ਇਤਿਹਾਸਿਕ ਚਰਚਸ ਦੇ ਬਾਰੇ, ਉਹਨਾਂ ਗਿਰਜਾ ਘਰਾਂ ਦੇ ਬਾਰੇ ਜਿਨ੍ਹਾਂ ਦੇ ਇਤਿਹਾਸ ਬਹੁਤ ਪੁਰਾਣਾ ਹੈ। ਸੋ ਦਰਸ਼ਕੋ, ਅੱਜ ਇਸੇ ਕੜੀ ਦੇ ਵਿੱਚ ਅਸੀਂ ਆਏ ਹਾਂ ਫਿਰੋਜ਼ਪੁਰ ਦੇ ਵਿੱਚ। ਫਿਰੋਜ਼ਪੁਰ ਇੱਕ ਐਸੀ ਧਰਤੀ ਜਿਸ ਦੇ ਬਾਰੇ ਆਖਿਆ ਜਾਂਦਾ ਹੈ ਕਿ ਸ਼ਹੀਦਾਂ ਦੀ ਧਰਤੀ ਹੈ। ਸੋ ਇਸ ਧਰਤੀ ਨੂੰ ਇਹ ਮਾਣ ਵੀ ਪ੍ਰਾਪਤ ਹੈ ਕਿ ਇਸ ਧਰਤੀ ਦੇ ਉੱਤੇ ਸਾਡਾ ਪੰਜਾਬ ਦਾ ਪਹਿਲਾ ਕੈਥੋਲਿਕ ਚਰਚ ਉਸਾਰਿਆ ਗਿਆ। ਖਾਸ ਕਰਕੇ ਅਸੀਂ ਮਿਲਾਂਗੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਇਸ ਚਰਚ ਦੇ ਵਿੱਚ ਸੇਵਾ ਨਿਭਾ ਚੁੱਕੇ ਹਨ, ਪੁਰਾਣੇ ਉਹ ਲੋਕ ਜਿਹੜੇ ਜੁੜੇ ਰਹੇ ਚਰਚ ਦੇ ਨਾਲ। ਉਹਨਾਂ ਤੋਂ ਅਸੀਂ ਇਤਿਹਾਸ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਔਰ ਗੱਲਬਾਤ ਕਰਾਂਗੇ ਉਹਨਾਂ ਦੇ ਮੌਜੂਦਾ ਸਮੇਂ ਦੀਆਂ ਸੇਵਾਵਾਂ ਦੇ ਬਾਰੇ। ਸੋ ਚੱਲਦੇ ਹਾਂ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਪਿਆਰੇ ਦਰਸ਼ਕੋ, ਸਾਡੇ ਬਹੁਤ ਹੀ ਅੱਛੇ ਸੇਵਾਦਾਰ ਜੋ ਕਿ ਬਹੁਤ ਸਮੇਂ ਤੋਂ ਪੈਰਿਸ਼ ਕੌਂਸਲ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਸੇਵਾ ਨਿਭਾ ਰਿਹਾ ਹੈ, ਸਾਡੇ ਪ੍ਰਧਾਨ ਸਾਹਿਬ, ਉਹਨਾਂ ਦੇ ਘਰ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਹਾਂ। ਪ੍ਰਧਾਨ ਜੀ, ਸਾਡੇ ਇਸ TV 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸਾਨੂੰ ਕੁਝ ਜਾਣਕਾਰੀ ਦਿਓ ਆਪਣੀ ਪੈਰਿਸ਼ ਕੌਂਸਲ ਦੇ ਬਾਰੇ। ਤੁਸੀਂ ਕਿੰਨੇ ਸਮੇਂ ਤੋਂ ਇਸ ਪੈਰਿਸ਼ ਕੌਂਸਲ ਦੇ ਨਾਲ ਜੁੜੇ ਹੋਏ ਹੋ ਔਰ ਇਸ ਚਰਚ ਦਾ ਕੀ ਇਤਿਹਾਸ ਹੈ? ਮੈਂ ਜੌਨ ਮੈਂਗੋ ਐਜ਼ ਏ ਪ੍ਰੈਜ਼ੀਡੈਂਟ ਪੈਰਿਸ਼ ਕੌਂਸਲ ਫਿਰੋਜ਼ਪੁਰ 39 ਸਾਲ ਤੋਂ ਕੰਮ ਕਰ ਰਿਹਾ ਹਾਂ ਅਤੇ ਸਭ ਤੋਂ ਪਹਿਲਾਂ 1845 ਸਾਡਾ ਚਰਚ ਐਜ਼ ਏ ਚੈਪਲ ਦੇ ਤੌਰ 'ਤੇ ਤਿਆਰ ਹੋਇਆ। ਉਸ ਦੇ ਮਤਲਬ ਜਿਹੜੇ ਸਾਡੇ ਪ੍ਰੀਸਟ ਸੀ ਉਹ ਫਾਦਰ ਐਥਨੀ ਜੀ ਸੀ। ਉਸ ਤੋਂ ਬਾਅਦ 1956 ਤੋਂ ਲੈ ਕੇ 62 ਤੱਕ ਫਾਦਰ ਐਡਵਰਡ ਜੀ ਆਏ। ਉਸ ਤੋਂ ਬਾਅਦ ਚੱਲਦੇ ਰਹੇ। ਉਸ ਤੋਂ ਬਾਅਦ 2020 ਵਿੱਚ ਸਾਡੇ ਫਾਦਰ ਮਾਈਕਲ ਐਨੀ ਜੀ ਨੇ ਚਾਰਜਸ ਔਰ ਡੈਸ਼ਸ ਦੇ ਫਾਦਰ ਆਏ ਨੇ। ਉਸ ਤੋਂ ਬਾਅਦ ਕਾਫੀ ਸਾਡੇ ਇੰਪਰੂਵਮੈਂਟ ਹੋਈ, ਡਿਵੈਲਪਮੈਂਟ ਹੋਈ ਹੈ। ਇੱਥੋਂ ਤੱਕ ਕਿ ਕਲੀਸਿਆ ਦੇ ਤੌਰ 'ਤੇ ਹਰ ਕੰਮ 'ਚ ਪਾਕ ਮਾਸ ਵੀ, ਬੰਦਗੀ ਤੌਰ 'ਤੇ ਵੀ, ਹਰ ਚੀਜ਼ ਵੇ ਚਰਚ ਦੀ ਇੰਪਰੂਵਮੈਂਟ ਵੀ ਕਾਫੀ ਹੋਈ ਹੈ। ਸੋ ਦਰਸ਼ਕੋ, 39 ਸਾਲ ਦੀ ਸੇਵਾ ਇਹਨਾਂ ਨੇ ਇੱਕ ਪੈਰਿਸ਼ ਦੇ ਪ੍ਰਧਾਨ ਦੇ ਤੌਰ ਤੇ ਨਿਭਾਈ ਹੈ। ਸੋ ਇਹਨਾਂ ਨੇ 1845 ਤੋਂ ਬਾਅਦ ਦਾ ਜਿੰਨਾ ਸਮਾਂ ਹੈ ਵੱਖ-ਵੱਖ ਸਮੇਂ ਤੇ ਵੱਖ-ਵੱਖ ਫਾਦਰਾਂ ਦੇ ਨਾਲ ਸੇਵਾ ਨਿਭਾਈ। ਬੜਾ ਵੱਡਾ ਇਤਿਹਾਸ ਹੈ ਔਰ ਅੱਛਾ ਲੱਗ ਰਿਹਾ ਸੁਣ ਕੇ ਕਿ ਇੱਥੇ ਪ੍ਰਭੂ ਦਾ ਨਾਮ ਜੋ ਹੈ ਉਹ ਇੰਨੇ ਪੁਰਾਣੇ ਸਮੇਂ ਤੋਂ ਇਹਨਾਂ ਲੋਕਾਂ ਦੇ ਵਿੱਚ ਪ੍ਰਭੂ ਦੇ ਨਾਮ ਦਾ ਪ੍ਰਚਾਰ ਪ੍ਰਸਾਰ ਹੈ ਔਰ ਖਾਸ ਕਰਕੇ ਸੇਵਾ ਨਿਭਾ ਰਹੇ ਹਨ। ਸੋ ਪਿਆਰੇ ਦਰਸ਼ਕੋ,
ਪੈਰਿਸ਼ ਕੌਂਸਲ ਦੇ ਵਿੱਚੋਂ ਹੀ ਇੱਕ ਹੋਰ ਮੈਂਬਰ ਸਾਡੇ ਨਾਲ ਆਪਣਾ ਐਕਸਪੀਰੀਅੰਸ, ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹਨ, ਜੋ ਕਿ ਇਸ ਚਰਚ ਦੇ ਵਿੱਚ ਪੈਰਿਸ਼ ਕੌਂਸਲ ਮੈਂਬਰ ਸੇਵਾ ਨਿਭਾ ਰਹੇ ਆ। ਉਹਨਾਂ ਤੋਂ ਵੀ ਕੁਝ ਜਾਣਕਾਰੀਆਂ ਹਾਸਲ ਕਰਾਂਗੇ ਇਸ ਚਰਚ ਦੇ ਬਾਰੇ ਤੇ ਇਸ ਚਰਚ ਦੀ ਪੈਰਿਸ਼ ਕੌਂਸਲ ਦੇ ਬਾਰੇ ਕਿ ਕਿਸ ਤਰ੍ਹਾਂ ਦੀ ਸੇਵਾ ਉਹ ਨਿਭਾ ਰਹੇ ਆ। ਸੋ ਗੱਲ ਕਰਦੇ ਹਾਂ ਐਗਨਸ ਜੀ ਦੇ ਨਾਲ। ਮੇਰਾ ਨਾਮ ਐਗਨਸ ਜੋਨ ਹੈ। ਮੈਂ ਬਾਊ ਜੋਨ ਦੀ ਬੇਟੀ ਹਾਂ। 1962 ਦੇ ਵਿੱਚ ਫਾਦਰ ਐਡਵਰਡ ਦੇ ਥਰੂ ਮੇਰੇ ਪਾਪਾ ਜੀ ਨੂੰ ਕੈਟੇਕਿਸਟ ਦੀ ਨੌਕਰੀ ਮਿਲੀ ਸੀ। ਉਸ ਟਾਈਮ ਮੇਰੇ ਡੈਡੀ ਪਿੰਡਾਂ ਵਿੱਚ ਸਾਈਕਲ 'ਤੇ ਜਾਂਦੇ ਸਨ। ਉਸ ਟਾਈਮ ਜਿਹੜਾ ਏਰੀਆ ਸੀ ਉਹ ਬਹੁਤ ਜ਼ਿਆਦਾ ਵੱਡਾ ਲੰਮਾ ਸੀ, ਕਿਉਂਕਿ ਉਦੋਂ ਕੋਟਕਪੂਰਾ, ਫਰੀਦਕੋਟ, ਜੋਗੇਵਾਲਾ, ਮਮਦੋਟ, ਅਲਫੂਕੇ, ਦੁਲਚੀ ਕੇ, ਖਲਚੀਆਂ ਲੱਗਦੇ ਪਿੰਡ ਬਹੁਤ ਸਾਰੇ ਸਨ ਅਤੇ ਜਿਨ੍ਹਾਂ ਦੇ ਵਿੱਚ ਉਹ ਪ੍ਰਚਾਰ ਕਰਨ ਜਾਂਦੇ ਸਨ। ਕੌਰ ਸਿੰਘ ਵਾਲਾ, ਗੁਰੂਸਰ ਵੀ ਅਸੀਂ ਸਾਈਕਲ ਦੇ ਉੱਤੇ ਜਾਂਦੇ ਹਾਂ ਸੀ। ਜਿਹੜੀ ਕਲੀਸਿਆ ਸੀ ਉਹ ਅਸੀਂ ਜਾਂਦੇ ਸੀ, ਉਹ ਸਾਡਾ ਇੰਤਜ਼ਾਰ ਹੀ ਕਰਦੇ ਰਹਿੰਦੇ ਸਨ। ਅਸੀਂ ਘਰੋਂ ਜਾਂਦੇ ਸੀ ਜਦੋਂ ਸਾਡੇ 3-3, 4-4 ਦਿਨ ਪਿੰਡਾਂ ਵਿੱਚ ਹੀ ਨਿਕਲ ਜਾਂਦੇ ਸੀ, ਕਿਉਂਕਿ ਜਿਹੜੀ ਆਰਾਧਨਾ ਅਤੇ ਸਤੂਤੀ ਹੁੰਦੀ ਸੀ ਉਹ ਇੱਕ ਪ੍ਰੇ ਮੀਟਿੰਗ ਇੱਦਾਂ ਲਗਨ ਦੇ ਨਾਲ ਲੋਕ ਸੁਣਦੇ ਸਨ। ਅਤੇ ਉਹਨਾਂ ਦਾ ਜਿਹੜਾ ਸੁਝਾਅ ਸੀ ਮੇਰੇ ਪਾਪਾ ਦਾ, ਅਸੀਂ ਜਾਣਾ ਘਰਾਂ ਦੇ ਵਿੱਚ ਬਪਤਿਸਮੇ ਕਰਵਾਉਣੇ, ਪਾਸ਼ਰਾਗ ਦਿਵਾਉਣੀ ਅਤੇ ਉਹਨਾਂ ਦੀਆਂ ਤਿਆਰੀਆਂ ਕਰਾਉਣੀਆਂ। ਉਸ ਟਾਈਮ ਮੇਰੇ ਪਾਪਾ ਜੀ ਦੇ ਨਾਲ ਬਾਬੂ ਸਟੀਫਨ, ਸੋਹਣ ਲਾਲ ਬਾਊ ਜੀ ਵੀ ਸਨ ਅਤੇ ਉਹ ਵੀ ਉਹਨਾਂ ਦੇ ਨਾਲ ਵੀ ਕੈਟੇਕਿਸਟ ਸਨ। ਅਤੇ ਮੈਂ ਤਾਂ ਉਸ ਟਾਈਮ ਬਹੁਤ ਛੋਟੀ ਸੀ ਅਤੇ ਮੈਨੂੰ ਵੀ ਪਾਪਾ ਨਾਲ ਜਾਣ ਦਾ ਬਹੁਤ ਸ਼ੌਂਕ ਸੀ, ਕਿਉਂਕਿ ਮੈਨੂੰ ਗੀਤ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਮੈਂ ਪਾਪਾ ਦੇ ਨਾਲ ਹੀ ਜਾਂਦੀ ਸੀ। ਮੇਰੇ ਮੰਮਾ ਵੀ ਜਾਂਦੇ ਸਨ। ਅਤੇ ਫਿਰ ਉਸ ਤੋਂ ਬਾਅਦ ਜਦੋਂ ਮੇਰੇ ਪਾਪਾ 1991 ਦੇ ਵਿੱਚ ਮੇਰੇ ਪਾਪਾ ਦੀ ਡੈਥ ਹੋਈ, ਉਦੋਂ ਪਹਿਲਾਂ ਵੀ CST ਮਿਸ਼ਨ ਆ ਗਈ ਸੀ ਇੱਥੇ, ਡਾਇਸੀਜ਼ਨ ਮਿਸ਼ਨ। ਉਹਨਾਂ ਦੇ ਨਾਲ ਵੀ ਮੈਂ ਕੰਮ ਬਹੁਤ ਕੀਤਾ। ਛੋਟੇ ਛੋਟੇ ਸੈਲਫ ਗਰੁੱਪ ਵੀ ਬਣਾਏ ਗਏ, ਜਿਨ੍ਹਾਂ ਦੀ ਬਦੌਲਤ ਅਸੀਂ ਵੀ ਪਿੰਡਾਂ ਦੇ ਵਿੱਚ ਜਾ ਕੇ ਗਰੀਬ ਲੋਕਾਂ ਦੀਆਂ ਮਦਦਾਂ ਕਰਦੇ ਸੀ। ਕਿਸੇ ਨੂੰ ਮੱਝ ਦਿਵਾਉਣੀ, ਕਿਸੇ ਦੇ ਘਰ ਟੁੱਟੇ ਹੋਣੇ ਉਹ ਬਣਵਾ ਕੇ ਦੇਣੇ, ਅਤੇ ਲੜਕੀਆਂ ਦੀਆਂ ਸ਼ਾਦੀਆਂ ਕਰਾਉਣੀਆਂ। ਅਤੇ ਜਿਹੜੇ ਕਈ ਘਰ ਬਹੁਤ ਹੀ ਗਰੀਬ ਸਨ, ਜਿਨ੍ਹਾਂ ਨੂੰ ਫਾਦਰ ਜੋਰਜ ਦੇ ਥਰੂ ਅਸੀਂ ਰਾਸ਼ਨ ਵੀ ਵੰਡਦੇ ਸੀ, ਅਤੇ ਫਾਦਰ ਸਨੀ ਜੀ ਦੇ ਨਾਲ ਵੀ ਮੈਂ ਜਾ ਕੇ ਕੰਮ ਬਹੁਤ ਕੀਤਾ। ਸੋ ਪਿਆਰੇ ਦਰਸ਼ਕੋ, ਐਗਨਸ ਜੀ ਨੇ ਜਿਸ ਤਰ੍ਹਾਂ ਕਿ ਸਾਨੂੰ ਦੱਸਿਆ ਕਿ ਇਸ ਚਰਚ ਦਾ ਇਸ ਤਰ੍ਹਾਂ ਦਾ ਇਤਿਹਾਸ ਹੈ ਜਿਹਨੂੰ ਕਿ ਭੁਲਾਇਆ ਨਹੀਂ ਜਾ ਸਕਦਾ। ਇਹਨਾਂ ਦੀਆਂ ਸੇਵਾਵਾਂ ਨੂੰ ਨਹੀਂ ਭੁਲਾਇਆ ਜਾ ਸਕਦਾ। ਇਹਨਾਂ ਦੇ ਪਿਤਾ ਜੀ ਨੇ ਜੋ ਸੇਵਾ ਨਿਭਾਈ ਹੈ ਉਹਨੂੰ ਨਹੀਂ ਭੁਲਾਇਆ ਜਾ ਸਕਦਾ। ਸੋ ਇਹ ਗੱਲਾਂ ਬਾਤਾਂ ਸਾਂਝੀਆਂ ਕਰਨ ਦੇ ਲਈ ਅਸੀਂ ਇਹਨਾਂ ਦੇ ਨਾਲ ਇਸ ਪਿੰਡ ਵਿੱਚ ਆਏ ਹਾਂ, ਇਹਨਾਂ ਦੇ ਇਸ ਏਰੀਏ ਦੇ ਵਿੱਚ ਆਏ ਹਾਂ। ਸੋ ਉਮੀਦ ਹੈ ਤੁਹਾਨੂੰ ਇਹਨਾਂ ਦੀ ਜਾਣਕਾਰੀ ਸੁਣ ਕੇ ਅੱਛਾ ਲੱਗਿਆ ਹੋਵੇਗਾ। ਸੋ ਪਿਆਰੇ ਦਰਸ਼ਕੋ, ਮੇਰੇ ਨਾਲ ਮੌਜੂਦ ਹਨ ਬੀਬੀ ਜਗੀਰੋ ਜੀ, ਜੋ ਕਿ ਸਾਡੇ ਇਸ ਚਰਚ ਦੇ ਬਹੁਤ ਹੀ ਪੁਰਾਣੇ ਸੇਵਾਦਾਰਾਂ ਦੇ ਵਿੱਚੋਂ ਇੱਕ ਹੈ। ਸੋ ਇਹਨਾਂ ਤੋਂ ਆਪਾਂ ਜਾਣਕਾਰੀ ਹਾਸਲ ਕਰਾਂਗੇ ਕਿ ਇਹਨਾਂ ਨੇ ਆਪਣੀ ਕਿਸ ਤਰ੍ਹਾਂ ਦੀ ਸੇਵਾ ਇਸ ਚਰਚ ਦੇ ਵਿੱਚ ਨਿਭਾਈ ਔਰ ਕੀ ਜਾਣਦੇ ਹਨ ਇਸ ਚਰਚ ਦੇ ਇਤਿਹਾਸ ਦੇ ਬਾਰੇ। ਸੋ ਗੱਲਬਾਤ ਕਰਦੇ ਹਾਂ ਬੀਬੀ ਜਗੀਰੋ ਜੀ ਦੇ ਨਾਲ। ਮੈਂ ਜਿੱਥੇ ਵੀ ਬੰਦਗੀ ਹੋਣੀ ਉੱਥੇ ਅਸੀਂ ਜਾਣਾ, ਜਾ ਕੇ ਆਪਦੇ ਆਦਮੀ ਨਾਲ ਬੰਦਗੀ ਕਰਨੀ ਅਤੇ ਲੋਕਾਂ ਨੂੰ ਇਕੱਠੇ ਕਰਨਾ ਅਤੇ ਉਹਨਾਂ ਨਾਲ ਗੱਲਬਾਤ ਕਰਨੀ, ਉਹਨਾਂ ਨੂੰ ਸਮਝਾਉਣਾ ਅਤੇ ਜੋ ਵੀ ਮੇਰੇ ਤੋਂ ਹੁੰਦਾ ਸੀ ਕੰਮ ਮੈਂ ਕਰਦੀ ਸੀ। ਮੇਰੀ ਉਮਰ ਇਸ ਵਕਤ 90 और ये 93 लगा हुआ है, इतनी मेरी उम्र है। ਬੀਬੀ ਜੀ ਤੁਸੀਂ ਦੱਸੋ ਕਿ ਤੁਹਾਡੇ ਹਸਬੈਂਡ ਜੌਨ ਕਲਿਆਣ ਜੀ ਹੈ ਨਾ, ਉਹਨਾਂ ਨੇ ਇੱਕ ਬਾਬੂ ਜੀ ਦੇ ਤੌਰ 'ਤੇ ਇਸ ਚਰਚ ਦੇ ਵਿੱਚ ਸੇਵਾ ਨਿਭਾਈ ਹੈ, ਅਤੇ ਉਹਨਾਂ ਨੂੰ ਬਾਬੂ ਜੀ ਦੀ ਨੌਕਰੀ ਕਿਸ ਤਰ੍ਹਾਂ ਮਿਲੀ, ਉਹ ਕਿਸ ਤਰ੍ਹਾਂ ਉਹਨਾਂ ਦੇ ਨਾਲ ਸੇਵਾ ਦੇ ਵਿੱਚ ਉਹਨਾਂ ਯੋਗਦਾਨ ਦਿੱਤਾ? ਉਹਨਾਂ ਦੇ ਨਾਲ ਸੇਵਾ ਪਹਿਲਾਂ ਮੈਂ ਫਾਦਰ ਐਡਵਰਡ ਦੇ ਨਾਲ ਸੀ। ਉਹਨੇ ਉਹ ਖੋਲ੍ਹਿਆ ਬੋਰਡਿੰਗ ਦੇ ਨਾਲ ਬੱਚੇ ਤਿਆਰ ਕੀਤੇ। ਮੈਂ ਬੱਚਿਆਂ ਨੂੰ ਸੰਭਾਲਦੀ ਸੀ ਅਤੇ ਇੱਕ ਔਰਤ ਹੋਰ ਸੀ, ਉਹ ਖਾਣਾ ਬਣਾਉਂਦੀ ਸੀ, ਮੈਂ ਬੱਚਿਆਂ ਨੂੰ ਖਾਣਾ ਖਵਾਉਂਦੀ ਸਾਂ। ਉਹਨਾਂ ਨੂੰ ਨਹਾਉਣਾ ਧਵਾਉਣਾ, ਉਹਨਾਂ ਦੇ ਕੱਪੜੇ ਫਟੇ ਹੋਏ ਉਹ ਵੀ ਸਿਲਾਈ ਕਰਨੇ। ਉਹਨੇ ਮੈਨੂੰ ਮਸ਼ੀਨ ਲੈ ਕੇ ਦਿੱਤੀ, ਮੈਂ ਪਾੜ ਜਾਣੇ ਕੱਪੜੇ ਮਸ਼ੀਨੇ। ਉਹਨਾਂ ਬੱਚਿਆਂ ਨੂੰ ਬਿਮਾਰ ਹੋ ਜਾਣਾ, ਉਹਨਾਂ ਦੀਆਂ ਦਵਾਈਆਂ ਲਿਆਉਣੀਆਂ, ਸਾਰਾ ਕੰਮ ਜੋ ਵੀ ਸੀ ਨਾ ਬੋਰਡਿੰਗ ਦਾ ਕੰਮ ਪੂਰਾ ਸੰਭਾਲਦੀ ਸੀ ਮੈਂ। ਉਸ ਤੋਂ ਬਾਅਦ ਫਾਦਰ ਜੀ ਕਹਿਣ ਲੱਗੇ ਕਿ ਵੀ ਤੇਰਾ ਆਦਮੀ ਕੀ ਕਰ ਲੇਗਾ ਬਾਊ ਦਾ ਕੰਮ। ਮੈਂ ਕਿਹਾ ਭਾਜੀ ਮੈਂ ਬੁਲਾ ਕੇ ਲਿਆਵਾਂ। ਕਹਿੰਦਾ ਬੁਲਾ ਲਿਆ। ਮੈਂ ਬੁਲਾ ਕੇ ਲਿਆਈ। ਉਹ ਕਹਿੰਦਾ ਹਾਂ ਮੈਂ ਕੰਮ ਕਰ ਲਾਂਗਾ। ਫਿਰ ਫਾਦਰ ਜੀ ਕਹਿਣ ਲੱਗੇ ਕਿ ਮੈਂ 300 ਰੁਪਈਆ ਦੇਵਾਂਗਾ, ਇਦੋਂ ਜ਼ਿਆਦਾ ਨਹੀਂ ਦੇ ਸਕਦਾ। ਫਿਰ ਉਹਨੇ 300 'ਤੇ ਉਹਨੂੰ ਨੌਕਰੀ 'ਤੇ ਰੱਖ ਲਿਆ।
ਫਿਰ ਸਾਡਾ ਟਾਈਮ ਪਾਸ ਹੁੰਦਾ ਰਿਹਾ। ਤੇ ਬਾਊ ਜੀ ਬਣਨ ਤੋਂ ਬਾਅਦ ਤੁਹਾਡੇ ਪਤੀ ਜੌਨ ਕਲਿਆਣ ਜੀ ਨੇ ਕਿੱਥੇ ਕਿੱਥੇ ਆਪਣੀ ਸੇਵਾ ਮਤਲਬ ਨਿਭਾਈ? ਇਸ ਏਰੀਏ ਦੇ ਵਿੱਚ ਕਿੱਥੇ ਕਿੱਥੇ ਕਿਸ ਤਰੀਕੇ ਦੇ ਨਾਲ ਸੇਵਾ ਆਪਣੀ ਨਿਭਾਈ? ਉਹਨਾਂ ਨੇ ਬਹੁਤ ਸੇਵਾ ਕੀਤੀ ਪਿੰਡਾਂ ਦੇ ਵਿੱਚ। 1 ਮਹੀਨਾ ਉਹਨੇ ਘਰੇ ਨਹੀਂ ਆਉਣਾ, ਜੋ ਨਿਕਲਣਾ ਪੂਰਾ ਮਹੀਨਾ ਉਹਨੇ ਲਾ ਕੇ ਆਉਣਾ। ਕਦੇ ਕਿਸੇ ਪਿੰਡ, ਕਦੇ ਕਿਸੇ ਪਿੰਡ, ਕਦੇ ਕਿਸੇ ਪਿੰਡ, ਸਾਈਕਲ 'ਤੇ। ਉਹਨਾਂ ਵਕਤਾਂ 'ਚ ਤਾਂ ਸਕੂਟਰ ਸਕਾਟਰ ਹੈ ਹੀ ਨਹੀਂ ਸੀ, ਸਾਈਕਲ 'ਤੇ ਜਾਂਦਾ ਸੀ। ਜਿਉਂ ਉਹਨੇ ਜਾਣਾ ਕਦੇ ਕਿਤੇ, ਕਦੇ ਕਿਤੇ, ਕਦੇ ਕਿਸੇ ਪਿੰਡ, ਕਦੇ ਕਿਸੇ ਪਿੰਡ। ਕੱਪੜੇ ਉਹਦੇ ਗੰਦੇ ਹੋ ਜਾਣੇ ਐਨ, ਤੇ ਐਨ ਬਿਲਕੁਲ ਗੰਦਾ ਹੋ ਕੇ ਘਰੇ ਆ ਜਾਣਾ। ਮੈਂ ਉਹਦੇ ਕੱਪੜੇ ਧੋਣੇ। ਔਰ ਅਸੀਂ ਬਹੁਤ ਆਪਦੀ ਜ਼ਿੰਦਗੀ ਖੁਦਾ ਦੇ ਨਾਂ 'ਤੇ ਬਹੁਤ ਕੀਤੀ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਸੁਣਿਆ ਹੈ ਕਿ ਇਹ ਬਹੁਤ ਵੱਡਾ ਏਰੀਆ ਸੀ ਜਿਹਦੇ ਵਿੱਚ ਬਾਊ ਕਲਿਆਣ ਜੀ ਸੇਵਾ ਨਿਭਾਉਂਦੇ ਸੀ। ਬਹੁਤ ਸਮੇਂ ਉਹਨਾਂ ਨੇ ਬਹੁਤ ਵੱਡੀ ਮਹੀਨਾ ਬਾਹਰ ਰਹਿੰਦੇ ਸੀ, ਪਿੰਡਾਂ ਵਿੱਚ ਜਾਂਦੇ ਸੀ, ਮਹੀਨੇ ਬਾਅਦ ਉਹ ਵਾਪਸ ਆਉਂਦੇ ਸੀ। ਸੋ ਇਹ ਇੱਕ ਅੱਛੀ ਸੇਵਾ ਹੈ ਖੁਦਾ ਦੇ ਲਈ, ਔਰ ਇਹਨਾਂ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ। ਔਰ ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਕਿ ਫਾਦਰ ਐਡਵਰਡ ਜੀ ਦੇ ਨਾਲ ਇਹ ਬੋਰਡਿੰਗ ਸਕੂਲ ਦੇ ਵਿੱਚ ਬੱਚਿਆਂ ਨੂੰ ਸਾਂਭਦੇ ਸੀ। ਸੋ ਸਾਨੂੰ ਅੱਛਾ ਲੱਗਦਾ ਹੈ ਇਹਨਾਂ ਦੇ ਨਾਲ ਗੱਲਬਾਤ ਕਰਕੇ। ਉਮੀਦ ਕਰਦੇ ਹਾਂ ਤੁਹਾਨੂੰ ਵੀ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਤੋਂ ਇੰਸਪੀਰੇਸ਼ਨ ਮਿਲਿਆ ਹੋਵੇਗਾ ਕਿ ਕਿਸ ਤਰ੍ਹਾਂ ਅਸੀਂ ਖੁਦਾ ਦੀ ਸੇਵਾ ਕਰਨੀ ਹੈ। ਮਾਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੀ ਇਸ ਜਾਣਕਾਰੀ ਨੂੰ ਸਾਂਝਾ ਕੀਤਾ। ਸੋ ਪਿਆਰੇ ਦਰਸ਼ਕੋ, ਮੇਰੇ ਨਾਲ ਮੌਜੂਦ ਨੇ ਮਰੀਅਮ ਸੈਨਾ ਦੇ ਪ੍ਰੈਜ਼ੀਡੈਂਟ ਮੈਡਮ ਐਲਿਜ਼ਬeth ਜੀ। ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਮੌਜੂਦਾ ਸੇਵਾ ਦੇ ਵਾਸਤੇ, ਔਰ ਜੋ ਪੁਰਾਣਾ ਇਹਨਾਂ ਦਾ ਐਕਸਪੀਰੀਅੰਸ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਐਲਿਜ਼ਬeth ਜੀ, ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਆਪਣਾ ਐਕਸਪੀਰੀਅੰਸ ਸਾਂਝਾ ਕਰੋ। ਕੀ ਤਜਰਬਾ ਰਿਹਾ ਤੁਹਾਡਾ ਇਸ ਚਰਚ ਦੇ ਵਿੱਚ? ਕਿੰਨਾ ਕੁ ਯੋਗਦਾਨ ਤੁਸੀਂ ਇਸ ਚਰਚ ਵਿੱਚ ਸੇਵਾ 'ਚ ਪਾਇਆ, ਤੇ ਹੁਣ ਤੁਸੀਂ ਮੌਜੂਦਾ ਸਮੇਂ ਵਿੱਚ ਕਿਸ ਤਰ੍ਹਾਂ ਦੀ ਸੇਵਾ ਨਿਭਾ ਰਹੇ ਹੋ? ਮੈਂ ਜੀ ਪਹਿਲੇ ਬਾਬੂ ਜੌਨ ਕਲਿਆਣ ਦੀ ਵੱਡੀ ਬੇਟੀ ਹਾਂ। ਅੱਛਾ ਹਾਂਜੀ, ਵੱਡੀ ਬੇਟੀ ਹਾਂ ਜੀ। ਤੇ ਪਹਿਲਾਂ ਵਿਲਸਨ ਦੀ ਪੌਲ ਦੇ ਵਿੱਚ ਵੀ ਸੀ ਮੈਂ, ਤੇ ਉਸ ਤੋਂ ਬਾਅਦ ਆਪਣੇ ਪਾਪਾ ਦੇ ਨਾਲ ਮੈਂ ਵੀ ਬਹੁਤ ਕੰਮ ਕੀਤਾ। ਉਸ ਤੋਂ ਬਾਅਦ ਹੁਣ ਚਾਂਸ ਮਿਲਿਆ ਮੈਨੂੰ ਮਰੀਅਮ ਸੈਨਾ ਦੇ ਵਿੱਚ। ਅਸੀਂ ਬਹੁਤ ਇਸ ਟਾਈਮ ਕੰਮ ਕਰ ਰਹੇ, ਵੱਧ ਚੜ੍ਹ ਕੇ, ਮਤਲਬ ਵੀ ਜਿੰਨਾ ਵੀ ਹੋ ਸਕਦਾ ਯੋਗਦਾਨ ਆਪਾਂ ਬਹੁਤ ਪਾ ਰਹੇ ਹਾਂ। ਜੋ ਵੀ ਜਿੱਥੇ ਵੀ ਹੁੰਦਾ ਉੱਥੇ ਮਦਦ ਵੀ ਕਰੀਦੀ ਹੈ। ਸੋ ਪਿਆਰੇ ਦਰਸ਼ਕੋ, ਅਸੀਂ ਮੌਜੂਦ ਹਾਂ ਪਿੰਡ ਬਜੀਤਪੁਰ ਦੇ ਵਿੱਚ, ਜੋ ਕਿ ਸੇਂਟ ਜੋਸਫ ਕੈਥੋਲਿਕ ਚਰਚ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਹੈ, ਤੇ ਜਿੱਥੇ ਦੇ ਵਾਸੀ ਨੇ ਮਿਸਟਰ ਜੇਮਸ ਜੀ, ਜੋ ਕਿ ਸੇਂਟ ਜੋਸਫ ਸਕੂਲ ਦੇ ਪੁਰਾਣੇ ਸਟੂਡੈਂਟ ਨੇ। ਮੌਜੂਦਾ ਸਮੇਂ 'ਚ ਮੈਂ ਸੁਣਿਆ ਹੈ ਕਿ ਤੁਸੀਂ ਬਹੁਤ ਸੇਵਾ ਸਾਡੇ ਡੀਕਨ ਸਾਹਿਬਾਨ ਦੇ ਨਾਲ ਮਿਲ ਕੇ ਹੁਣ ਵੀ ਪਿੰਡਾਂ ਦੇ ਵਿੱਚ ਕਾਫੀ ਸੇਵਾ ਕਰ ਰਹੇ ਹੋ, ਤੇ ਕਿਸ ਤਰ੍ਹਾਂ ਦੀ ਸੇਵਾ ਤੁਸੀਂ ਕਰ ਰਹੇ ਹੋ? ਅਸੀਂ ਇਸ ਟਾਈਮ ਜੀ ਜਿੱਥੇ ਵੀ ਕੋਈ ਫਾਦਰ ਜਾਂ ਸਿਸਟਰ ਆਉਂਦਾ, ਸਾਰਾ ਪ੍ਰੋਗਰਾਮ ਆਪ ਪੂਰਾ ਤਨ ਮਨ ਨਾਲ ਕਰ ਰਹੇ ਜੀ। ਜੋ ਵੀ ਜਨਤਾ ਹੈ, ਜੋ ਲੰਗਰ ਲਾਣਾ ਹੈ, ਪੂਰਾ ਲਾਣੇ ਖੁਸ਼ ਹੋ ਕੇ। ਅੱਛਾ, ਮਿਸਟਰ ਜੇਮਸ ਜੀ ਅੱਜ ਵੀ ਸਾਡੇ ਡੀਕਨ ਸਾਹਿਬਾਨ ਜੋ ਕਿ ਇਸ ਏਰੀਏ ਦੇ ਵਿੱਚ ਹਨ, ਇਸ ਏਰੀਏ ਦੀ ਸੇਵਾ ਜਿਨ੍ਹਾਂ ਨੂੰ ਮਿਲੀ ਹੈ, ਉਹਨਾਂ ਦੇ ਨਾਲ ਮਿਲ ਕੇ ਪਿੰਡਾਂ 'ਚ ਜਾ ਕੇ ਸੇਵਾ ਪ੍ਰਚਾਰ ਦਾ ਕੰਮ ਕਰ ਰਹੇ ਔਰ ਸੇਵਾ ਨਿਭਾ ਰਹੇ ਆ। ਬੱਚਿਆਂ ਨੂੰ ਪ੍ਰਾਰਥਨਾਵਾਂ ਸਿਖਾ ਰਹੇ, ਘਰਾਂ ਦੇ ਵਿੱਚ ਜਾ ਕੇ ਘਰਾਂ ਦੀ ਬਰਕਤ ਔਰ ਹਰ ਤਰ੍ਹਾਂ ਦਾ ਜੋ ਵੀ ਡੀਕਨ ਸਾਹਿਬਾਨ ਨੂੰ ਜ਼ਰੂਰਤ ਪੈਂਦੀ ਹੈ, ਇਹ ਨਾਲ ਮਿਲ ਕੇ ਉਹਨਾਂ ਦੇ ਨਾਲ ਪੂਰੀ ਹੈਲਪ ਕਰ ਰਹੇ। ਸੋ ਅਸੀਂ ਬੜੇ ਧੰਨਵਾਦੀ ਹਾਂ ਸਰ, ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ। ਸੋ ਪਿਆਰੇ ਦਰਸ਼ਕੋ, ਪਹੁੰਚ ਚੁੱਕੇ ਹਾਂ ਅਸੀਂ ਪਿੰਡ ਨੂਰਪੁਰ ਸੇਠਾਂ ਦੇ ਵਿੱਚ, ਜੋ ਕਿ ਸੇਂਟ ਜੋਸਫ ਕੈਥੋਲਿਕ ਚਰਚ ਤੋਂ 8 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੈ। ਇਹ ਪਿੰਡ ਵੀ ਸੇਂਟ ਜੋਸਫ ਕੈਥੋਲਿਕ ਚਰਚ ਦੇ ਪੈਰਿਸ਼ ਦੇ ਦਾਇਰੇ ਦੇ ਵਿੱਚ ਆਉਂਦਾ ਹੈ। ਤੇ ਮੇਰੇ ਨਾਲ ਮੌਜੂਦ ਹਨ ਇਸ ਪਿੰਡ ਦੇ ਵਾਸੀ ਬਾਬੂ ਯੂਨਸ ਜੀ ਤੇ ਮਿਸਟਰ ਯੂਸਫ ਜੀ। ਇਹ ਦੋਨੇ ਬ੍ਰਦਰ ਨੇ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਖੁਦਾ ਦੇ ਚਰਨਾਂ ਵਿੱਚ ਨਿਭਾਈ ਹੈ ਔਰ ਇਸ ਚਰਚ ਦੇ ਨਾਲ ਜੁੜੇ ਰਹੇ ਹਨ, ਔਰ ਇਸ ਚਰਚ ਦੇ ਲਈ ਅੱਜ ਵੀ ਤਨਦੇਹੀ ਦੇ ਨਾਲ ਸੇਵਾ ਕਰ ਰਹੇ ਨੇ। ਸਭ ਤੋਂ ਪਹਿਲਾਂ ਮੈਂ ਬਾਬੂ ਯੂਨਸ ਜੀ ਨਾਲ ਗੱਲਬਾਤ ਕਰਾਂਗਾ ਤੇ ਪੁੱਛਾਂਗਾ ਕਿ ਬਾਬੂ ਯੂਨਸ ਜੀ ਕਦੋਂ ਤੋਂ ਇਸ ਚਰਚ ਦੇ ਵਿੱਚ ਐਜ਼ ਏ ਕੈਟੇਕਿਸਟ ਜੋ ਹੈ ਉਹਨਾਂ ਨੇ ਸੇਵਾ ਸ਼ੁਰੂ ਕੀਤੀ ਤੇ ਕਿਸ ਤਰ੍ਹਾਂ ਚਰਚ ਦੀ ਸੇਵਾ ਨਿਭਾ ਰਹੇ ਨੇ? ਬਾਬੂ ਯੂਨਸ ਜੀ। ਮੈਨੂੰ 1990 ਵਿੱਚ ਇਹ ਸੇਵਾ ਕਰਨ ਦਾ ਸਮਾਂ ਮਿਲਿਆ ਔਰ ਮੈਂ 31 ਸਾਲ ਇਸੇ ਇਲਾਕੇ ਦੇ ਵਿੱਚ ਹੀ ਸੇਵਾ ਕੀਤੀ ਆ। ਔਰ ਸਭ ਤੋਂ ਪਹਿਲਾਂ ਸਾਡੇ ਇਸ ਫਿਰੋਜ਼ਪੁਰ ਕੈਂਟ ਦੇ ਵਿੱਚ ਡੈਸਸ ਦੇ ਸਾਰੇ ਫਾਦਰ ਸੇਵਾ ਕਰਦੇ ਸਨ ਔਰ 1985 ਦੇ ਵਿੱਚ ਸਾਡੇ CST ਫਾਦਰ ਜਮਾਤ
ਇੱਥੇ ਉਹਨਾਂ ਨੇ ਸੇਵਾ ਕਰਨੀ ਸ਼ੁਰੂ ਕੀਤੀ। ਮੈਂ ਉਹਨਾਂ ਦੇ ਨਾਲ ਹੀ ਕੰਮ ਕੀਤਾ ਹੈ। ਔਰ ਫਾਦਰ ਕਾਲਾਪੁਰਾ ਇੱਥੇ 1985 ਵਿੱਚ ਹਾਜ਼ਰ ਸੀਗੇ, ਜਿਨ੍ਹਾਂ ਨੇ ਸਾਡੀ ਸ਼ਾਦੀ ਵੀ ਕੀਤੀ ਆ ਔਰ ਸਾਡੇ ਬੱਚਿਆਂ ਨੂੰ ਬਪਤਿਸਮਾ ਵੀ ਕਰਕੇ ਗਏ ਆ। ਉਸ ਤੋਂ ਬਾਅਦ ਸਾਡੇ ਫਾਦਰ ਜਾਰਜ CST, ਫਾਦਰ ਫਲਿਕਸ, ਉਹਨਾਂ ਨੇ ਆ ਕੇ ਇੱਥੋਂ ਦਾ ਕੰਮ ਸੰਭਾਲਿਆ ਔਰ ਸਾਰੇ ਪਿੰਡਾਂ ਦੇ ਵਿੱਚ ਪੂਰੀ ਮਿਹਨਤ ਦੇ ਨਾਲ ਸੇਵਾ ਕੀਤੀ ਔਰ ਬਹੁਤ ਸਾਰੇ ਨਵੇਂ ਵਿਸ਼ਵਾਸੀ ਵੀ ਬਣਾਏ। ਔਰ ਉਸ ਤੋਂ ਬਾਅਦ ਫਾਦਰ ਜੀ ਤੋਂ ਬਾਅਦ ਹੋਰ ਫਾਦਰ ਜੀ ਵੀ ਆਏ ਆ CST ਦੇ। ਔਰ ਅੱਜ ਜੋ ਸਾਡੇ ਇਸ ਇਲਾਕੇ ਦੇ ਵਿੱਚ ਡਾਇਸਿਸ ਦੇ ਫਾਦਰ ਜੀ ਆ ਚੁੱਕੇ ਆ, ਜਿਨ੍ਹਾਂ ਦੇ ਸਾਡੇ ਮੁੱਖ ਫਾਦਰ ਮਾਈਕਲ ਅਨੀ ਜੀ, ਜੋ ਅੱਜ ਵੀ ਇੱਥੇ ਬਹੁਤ ਉਤਸ਼ਾਹ ਦੇ ਨਾਲ ਕੰਮ ਕਰ ਰਹੇ ਹਨ। ਇੱਕ ਨਵਾਂ ਜੋਸ਼ ਉਹਨਾਂ ਨੇ ਸਾਡੀ ਕਲੀਸਿਆ ਦੇ ਵਿੱਚ ਪੈਦਾ ਕੀਤਾ ਹੈ ਔਰ ਸਾਰੇ ਇਲਾਕੇ ਦੇ ਵਿੱਚ ਬੜੇ ਜੋਸ਼ ਦੇ ਨਾਲ ਕੰਮ ਚੱਲ ਰਿਹਾ, ਸੇਵਾ ਦਾ ਕੰਮ। ਔਰ ਸਾਰੇ ਬਾਊ ਜੀ ਹੋਰ ਵੀ ਇੱਥੇ ਸਾਡੇ ਨਾਲ ਹਨ ਔਰ ਸਾਡੇ ਛੋਟੇ ਫਾਦਰ ਕ੍ਰਿਤੀ ਜੀ, ਉਹ ਵੀ ਇੱਥੇ ਸੇਵਾ ਦਾ ਕੰਮ ਕਰ ਰਹੇ ਹਨ ਔਰ ਪੂਰੇ ਇਲਾਕੇ ਦੇ ਵਿੱਚ ਸਾਰੇ ਬਾਊ ਜੀ ਪੂਰੇ ਦਿਲ ਦੇ ਨਾਲ, ਪੂਰੀ ਜਾਨ ਦੇ ਨਾਲ ਕੰਮ ਕਰ ਰਹੇ ਹਨ। ਸੋ ਯੂਸਫ ਜੀ, ਮੈਂ ਸੁਣਿਆ ਹੈ ਕਿ ਤੁਹਾਡਾ ਇਹ ਪਿੰਡ ਜੋ ਕਿ ਨੂਰਪੁਰ ਸੇਠਾ ਹੈ, ਇਹਨੂੰ ਮਾਣ ਮਿਲਿਆ ਹੈ ਪੂਰੇ ਇੰਡੀਆ ਦਾ ਬੈਸਟ ਵਿਲੇਜ ਹੋਣ ਦਾ ਔਰ ਅਵਾਰਡ ਵਿਨਰ ਵਿਲੇਜ ਹੈ। ਮੈਂ ਤੁਹਾਡੇ ਤੋਂ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਕਿ ਕਿਸ ਤਰ੍ਹਾਂ ਦਾ ਤੁਹਾਡਾ ਪਿੰਡ ਹੈ। ਇੱਥੇ ਦੇ ਜੇ ਲੋਕ, ਮੈਂ ਸੁਣਿਆ ਕਿ ਪੜ੍ਹੇ ਲਿਖੇ ਲੋਕ ਔਰ ਹਰ ਤਰੀਕੇ ਦੇ ਵਿੱਚ ਮਤਲਬ ਆਪਣੇ ਆਪ ਨੂੰ ਉਹਨਾਂ ਨੇ ਬੈਸਟ ਸਾਬਿਤ ਕੀਤਾ ਹੈ। ਥੋੜ੍ਹੀ ਇਹਦੇ ਉੱਤੇ ਵੀ ਚਾਨਣਾ ਪਾਓ। ਮੈਂ ਸਾਡੇ ਪਿੰਡ ਦੀ ਖਾਸੀਅਤ ਇਹ ਹੈ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਮਿਹਨਤਕਸ਼ ਲੋਕ ਨੇ। ਇਹ ਪਾਕਿਸਤਾਨ ਤੋਂ ਆ ਕੇ ਰਿਫਿਊਜੀ ਇੱਥੇ ਆ ਕੇ ਠਹਿਰੇ, ਇਹਨਾਂ ਨੇ ਬਹੁਤ ਮਿਹਨਤ ਕੀਤੀ। ਸਾਡੇ ਇੱਕ ਜਾਤ ਪਾਤ ਹੈ ਨਹੀਂ, ਕੋਈ ਕੌਮ ਦੇ ਪ੍ਰਤੀ ਹੈ ਨਹੀਂਗਾ ਵੀ ਇਹ ਫਲਾਨੀ ਕਾਸਟ ਦਾ ਹੈ, ਫਲਾਨੀ ਕਾਸਟ ਦਾ ਹੈ। ਬਾਕੀ ਸਾਨੂੰ ਅਵਾਰਡ ਜਿਹੜਾ 72-73 ਦੇ ਵਿੱਚ ਬੈਸਟ ਵਿਲੇਜ ਆਫ ਇੰਡੀਆ ਦਾ, ਕਿਉਂਕਿ ਸਾਡੇ ਪਿੰਡ ਦੇ ਵਿੱਚ ਪੰਚਾਇਤਾਂ ਦੀ ਕਦੇ ਚੋਣ ਹੀ ਨਹੀਂ ਹੋਈ। ਅਸੀਂ ਸੰਮਤੀ ਨਾਲ ਹੀ ਸਾਡੇ ਹੁੰਦਾ ਰਿਹਾ। ਜਿੰਨੀਆਂ ਵੀ ਚੋਣਾਂ ਆਈਆਂ ਪੰਚਾਇਤ ਦੀਆਂ, ਅਸੀਂ ਸੰਮਤੀ ਨਾਲ ਹੀ ਇੱਥੇ ਆਪਦੀ ਪੰਚਾਇਤਾਂ ਬਣਾਈਆਂ। ਸਾਡੇ ਦਰਸ਼ਕਾਂ ਨਾਲ ਤੁਸੀਂ ਇਹ ਵੀ ਸਾਂਝਾ ਕਰੋ ਕਿ ਕ੍ਰਿਸਚਨ ਭਾਈਚਾਰੇ ਨੇ, ਈਸਾਈ ਭਾਈਚਾਰੇ ਨੇ ਇਸ ਪਿੰਡ ਦੀ ਤਰੱਕੀ 'ਚ ਕੁਝ ਯੋਗਦਾਨ ਪਾਇਆ ਹੈ। ਹਾਂਜੀ, ਬਹੁਤ ਯੋਗਦਾਨ ਪਾਇਆ। ਸਾਡੇ ਅਸਲ 'ਚ ਸਟਾਰਟਿੰਗ ਦੇ ਵਿੱਚ ਹੀ ਅਸੀਂ, ਸਾਡੇ ਬਜ਼ੁਰਗਾਂ ਦੀ ਬਹੁਤ ਵੱਡੀ ਦੇਣ ਹੈ। ਇਸ ਪਿੰਡ ਦੇ ਜਦੋਂ ਸਟਾਰਟਿੰਗ ਕ੍ਰਿਸਚਨ ਹੋਏ ਆ ਕੈਥੋਲਿਕ, ਸਾਡੇ ਬਜ਼ੁਰਗਾਂ ਤੋਂ ਹੀ ਹੋਏ ਆ। ਸਾਡੇ ਬਜ਼ੁਰਗ ਇਸ ਪਿੰਡ ਦੇ ਵਿੱਚ 35 ਸਾਲ ਸਭ ਸੰਮਤੀ ਨਾਲ ਪੰਚਾਇਤ ਮੈਂਬਰ ਬਣਦੇ ਰਹੇ। ਬਾਕੀ ਅਸੀਂ ਜਦੋਂ ਤੋਂ ਹੀ ਪੈਦਾ ਹੋਏ ਹਾਂ ਅਸੀਂ ਕੈਥੋਲਿਕ ਹੀ ਹਾਂ। ਸਾਡੇ ਬਜ਼ੁਰਗ ਵੀ ਕੈਥੋਲਿਕ ਸੀਗੇ, ਅਸੀਂ ਹੁਣ ਵੀ, ਸਾਡੇ ਬੱਚੇ ਵੀ ਕੈਥੋਲਿਕ ਹੀ ਨੇ। ਸਾਡਾ ਜਿਹੜਾ ਕੈਥੋਲਿਕ ਨਾਲ ਸਾਡਾ ਜ਼ਿਆਦਾ ਜਿਵੇਂ ਮਾਂ ਬੇਟੀ ਦਾ ਰਿਸ਼ਤਾ ਹੁੰਦਾ, ਇਸ ਤਰ੍ਹਾਂ ਹੈ। ਅਸੀਂ ਜਿਹੜਾ ਵੀ ਕੰਮ ਕੀਤਾ ਹੈ ਅਸੀਂ ਕੈਥੋਲਿਕ ਪ੍ਰਤੀ ਤਨ ਮਨ ਧਨ ਨਾਲ ਕੀਤਾ ਹੈ। ਯੂਨਸ ਜੀ, ਤੁਸੀਂ ਦੱਸੋ ਕਿ ਤੁਸੀਂ ਇੱਕ ਲੰਮਾ ਸਮਾਂ ਹੋ ਗਿਆ ਤੁਹਾਨੂੰ ਸੇਵਾ ਨਿਭਾਉਂਦੇ ਤੇ ਹੁਣ ਵੀ ਤੁਸੀਂ ਸੇਵਾ ਨਿਭਾ ਰਹੇ ਹੋ ਐਜ਼ ਏ ਬਾਊ ਜੀ, ਐਜ਼ ਏ ਕੈਟੀਕਿਸਟ। ਸੋ ਪਹਿਲੇ ਦੇ ਤੇ ਹੁਣ ਦੇ ਵਿੱਚ ਕੋਈ ਫਰਕ ਤੁਹਾਨੂੰ ਮਹਿਸੂਸ ਹੋ ਰਿਹਾ ਸੇਵਾ 'ਚ? ਹੁਣ ਫਾਦਰ ਮਾਈਕਲ ਜੀ ਆ ਗਏ, ਡਾਇਸਿਸ ਦੇ ਫਾਦਰ ਹੈ, ਤੇ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਤੁਸੀਂ ਮਤਲਬ ਚਲਾ ਰਹੇ ਹੋ ਜਾਂ ਕਿਸ ਤਰ੍ਹਾਂ ਹੁਣ ਦਾ ਮਾਹੌਲ ਕੀ ਹੈ? ਪਹਿਲਾਂ ਵੀ ਜੋ ਫਾਦਰ CST ਜਮਾਤ ਦੇ ਸੀਗੇ, ਉਹਨਾਂ ਨੇ ਵੀ ਕਾਫੀ ਬਹੁਤ ਜ਼ਿਆਦਾ ਸੇਵਾ ਕੀਤੀ, ਪਰ ਲੋਕਡਾਊਨ ਤੋਂ ਬਾਅਦ ਥੋੜ੍ਹਾ ਕੰਮ ਜ਼ਰੂਰ ਮੱਠਾ ਹੋ ਗਿਆ ਔਰ ਕੰਮ ਨਹੀਂ ਸੀ ਚੱਲ ਰਿਹਾ, ਕਿਉਂਕਿ ਸਰਕਾਰ ਦੇ ਨਿਯਮਾਂ ਦੀ ਪਾਲਣਾ ਵੀ ਕਰਨੀ ਸੀ। ਉਸ ਦੇ ਦੌਰਾਨ ਹੀ ਫਾਦਰ ਜੀ ਜਦੋਂ ਇੱਥੇ ਆਏ ਆ, ਉਹਨਾਂ ਨੇ ਸਭ ਤੋਂ ਪਹਿਲਾਂ ਸਾਰੀ ਪੈਰਿਸ਼ ਕੌਂਸਲ, ਮਰੀਅਮ ਸੈਨਾ ਔਰ ਹੋਰ ਜੋ ਵੀ ਕਮੇਟੀਆਂ, ਉਹਨਾਂ ਨੂੰ ਦੁਬਾਰਾ ਤੋਂ ਤਿਆਰ ਕੀਤਾ ਔਰ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵੀ ਭਰਿਆ। ਜਲਦੀ ਮੀਟਿੰਗਾਂ ਕਰਕੇ ਔਰ ਜਲਦੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਹ ਪ੍ਰੋਗਰਾਮ ਰੱਖ ਕੇ ਔਰ ਸਾਰੇ ਨੌਜਵਾਨ ਔਰ ਜਿੰਨੇ ਬਜ਼ੁਰਗ ਲੋਕ ਵੀ, ਜਿੰਨੀ ਵਿਸ਼ਵਾਸ ਸੰਗਤ ਸੀ, ਸਾਰਿਆਂ ਨੂੰ ਫਿਰ ਤੋਂ ਜੋੜਿਆ ਔਰ ਜੋੜ ਕੇ ਅੱਜ ਜੋ ਸੇਵਾ ਦਾ ਕੰਮ ਚੱਲ ਰਿਹਾ ਹੈ, ਬੜੀ ਖੁਸ਼ੀ ਦੇ ਨਾਲ ਵੀ ਆ ਔਰ ਬੜੇ ਜੋਸ਼ ਦੇ ਨਾਲ ਵੀ ਚੱਲ ਰਿਹਾ। ਯੂਨਸ ਜੀ, ਯੂਸਫ ਜੀ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਆਪਣੀ ਵਡਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਤੁਸੀਂ ਆਪਣੀ ਸਾਂਝੀ ਕੀਤੀ, ਇਸ ਪਿੰਡ ਬਾਰੇ ਵੀ, ਸੇਂਟ ਜੋਸਫ ਕੈਥੋਲਿਕ ਚਰਚ ਬਾਰੇ ਵੀ। ਤੁਹਾਡਾ ਬਹੁਤ ਧੰਨਵਾਦ, ਸ਼ੁਕਰੀਆ ਜੀ।
ਪਿਆਰੇ ਦਰਸ਼ਕੋ, ਮੈਂ ਮੌਜੂਦ ਹਾਂ ਇਸ ਗ੍ਰੇਵਯਾਰਡ, ਇਸ ਕਬਰਸਤਾਨ ਦੇ ਵਿੱਚ, ਜਿਹੜਾ ਕਿ ਸਾਡੇ ਸੇਂਟ ਜੋਸਫ ਚਰਚ ਨਾਲ ਸੰਬੰਧ ਰੱਖਦਾ ਹੈ। ਇਹਨੂੰ ਵਾਰ ਮੈਮੋਰੀਅਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜਿੱਥੇ ਸਾਡੇ ਬਹੁਤ ਸਾਰੇ ਵਿਸ਼ਵਾਸੀ ਗੂੜੀ ਨੀਂਦ ਸੁੱਤੇ ਨੇ। ਔਰ ਇਹ ਬਹੁਤ ਹੀ ਪੁਰਾਣਾ ਕਬਰਸਤਾਨ ਹੈ, ਬੜਾ ਪੁਰਾਣਾ ਗ੍ਰੇਵਯਾਰਡ ਹੈ। ਇਹਦੇ ਵਿੱਚ ਸਾਡੇ ਇੰਡੀਅਨ ਕ੍ਰਿਸਚਨ ਲੋਕਾਂ ਦੇ ਇਲਾਵਾ ਬਹੁਤ ਸਾਰੇ ਅੰਗਰੇਜ਼ ਲੋਕ ਵੀ ਪੁਰਾਣੇ ਸਮੇਂ ਤੋਂ, ਉਹਨਾਂ ਦੀਆਂ ਕਬਰਾਂ ਵੀ ਨੇ। ਸੋ ਦੇਖਦੇ ਹਾਂ ਆਪਾਂ ਇਸ ਕਬਰਸਤਾਨ ਨੂੰ। ਇਸ ਕਬਰਸਤਾਨ ਦਾ ਇਤਿਹਾਸ ਦੱਸਦਾ ਹੈ ਕਿ 1848 ਦੇ ਵਿੱਚ ਇਹ ਕਬਰ ਬਣੀ ਹੈ। ਇਹਦੇ ਇਲਾਵਾ ਬਹੁਤ ਸਾਰੀਆਂ ਕਬਰਾਂ ਇਹੋ ਜਿਹੀਆਂ ਜੋ 1700 ਦੀਆਂ ਵੀ ਨੇ, ਉਸ ਤੋਂ ਪਹਿਲੇ ਦੀਆਂ ਵੀ ਨੇ। ਸੋ ਇਹਨਾਂ ਕਬਰਾਂ ਨੂੰ ਦੇਖ ਕੇ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਸਾਡੇ ਈਸਾਈ ਸਮਾਜ ਦਾ ਯੋਗਦਾਨ ਇਸ ਚਰਚ ਦੇ ਵਿੱਚ ਬਹੁਤ ਵੱਡਾ ਹੈ। ਔਰ ਈਸਾਈ ਸਮਾਜ ਦੇ ਵਿੱਚ ਜੋ ਕਬਰਾਂ ਹਨ, ਜੋ ਸਾਡੇ ਲੋਕਾਂ ਦੀਆਂ, ਉਹ ਦੱਸਦੀਆਂ ਕਿ ਸਾਡਾ ਬਹੁਤ ਪੁਰਾਣਾ ਇਤਿਹਾਸ ਹੈ, ਜੋ ਕਿ ਅਸੀਂ ਕਬਰਾਂ ਨੂੰ ਦੇਖ ਕੇ ਜਾਣ ਸਕਦੇ ਹਾਂ। ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਇਸ ਗਿਰਜਾਘਰ ਦੀ ਜਾਣਕਾਰੀ? ਇਸ ਦੀ ਫੀਡਬੈਕ ਸਾਨੂੰ ਕਮੈਂਟ ਜ਼ੋਨ ਦੇ ਵਿੱਚ ਜਾ ਕੇ ਜ਼ਰੂਰ ਦਿਓ। ਜਲੰਧਰ ਡਾਇਓਸੀਸ ਦੇ ਇਸ ਇਤਿਹਾਸਿਕ ਗਿਰਜਾਘਰ ਤੋਂ ਬਾਅਦ ਅਗਲਾ ਗਿਰਜਾਘਰ ਹੈ ਸੇਂਟ ਫ੍ਰਾਂਸਿਸ ਚਰਚ ਅੰਮ੍ਰਿਤਸਰ, ਜਿਸ ਦੀ ਜਾਣਕਾਰੀ ਅਸੀਂ ਤੁਹਾਨੂੰ ਦੇਵਾਂਗੇ ਅਗਲੇ ਐਪੀਸੋਡ ਦੇ ਵਿੱਚ। ਤਦ ਤੱਕ ਦੇ ਲਈ ਜੁੜੇ ਰਹੋ ਪ੍ਰਾਰਥਨਾ ਭਵਨ ਟੀਵੀ ਦੇ ਨਾਲ। ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। पावन धरती दे वल तेरे वधदे कदम, पावन धरती दे वल तेरे वधदे कदम, तेरे जीवन दे बंदेरा खोलणगे रब दी बरकत दे नाल। उजड़े खिल जाणगे, सुते पाग तेरे जाग तैनू ढोलणगे, पावन धरती दे वल।